ਕੀ ਹੁੰਦੀ ਹੈ ਘਰੇਲੂ ਹਿੰਸਾ? ਘਰੇਲੂ ਹਿੰਸਾ ਦੇ ਕਿਹੜੇ ਨੇ ਕਾਰਨ ਅਤੇ ਘਰੇਲੂ ਹਿੰਸਾ ਤੋਂ ਬਚਣ ਲਈ ਕਿਹੜੀਆਂ ਸਾਵਧਾਨੀਆਂ ਜ਼ਰੂਰੀ ਨੇ? ਕੁੜੀਆਂ ਜੇਕਰ ਰਹੇ ਮਾਰਦੇ, ਧੀ ਨਹੀਂ ਰਹਿਣੀ, ਨੂੰਹ ਨਹੀਂ ਆਉਣੀ। ਦਾਦੀ ਹੋ ਕੇ ਪੋਤੀਆਂ ਮਾਰੇ, ਪੋਤੀ ਕਿਸੇ ਦੀ ਤੂੰ ਵੀ। ਉਹ ਲੜਕੀ ਮੈਨੂੰ ਬਾਪੂ ਜੀ ਕਹਿਣ ਲੱਗੀ ਕਿ ਤੁਸੀਂ ਮੇਰਾ ਘਰ ਬਸਾਤਾ, ਨਹੀਂ ਮੇਰਾ ਘਰ ਉੱਜੜ ਜਾਣਾ ਸੀਗਾ ਜੋ ਹਾਲਤ ਨਹੀਂ ਸੀਗੀ। ਉਹ ਇੱਕ ਦੋਸਤ ਮੈਨੂੰ ਕਹਿਣ ਲੱਗਾ, ਬੜਿੰਗ ਸਾਹਿਬ ਤੁਸੀਂ ਵੀ ਆਏ ਹੋ, ਤੁਸੀਂ ਵੀ ਇੱਕ ਰਿੰਗ ਪਾ ਦਿਓ, ਇਹਦੇ ਨਾਲ ਵਿਆਹ ਕਰਾ ਲਓ। ਮਹਾ ਭਰਾਵਾ ਮੈਂ ਤਾਂ ਪਹਿਲੇ ਮੈਰਿਡ ਆ। ਉਹ ਕਹਿੰਦੀ ਨੋ ਮੋਰ ਮੈਰਿਜ। ਆ ਕਹਿੰਦੀ ਮੇਰਾ ਫਸਟ ਹਸਬੈਂਡ, ਜਿਹੜੀ ਪਹਿਲੀ ਰਿੰਗ ਦੱਸੀ ਇਹ ਮੇਰੇ ਫਸਟ ਦੀ ਹੈ, ਆ ਦੂਜੀ ਸੈਕਿੰਡ ਦੀ ਹੈ, ਆ ਤੀਜੀ ਥਰਡ ਦੀ ਹੈ, ਆ ਮੋਰ ਨੋ 4 5 ਨੋ ਮੋਰ। ਕਹਿੰਦੀ ਮੈਨੂੰ 5 ਵਾਰੀ ਚਾਹੀਦਾ ਹੈਗਾ। ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ ਮੀਡੀਆ, ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ। ਕੀ ਹੁੰਦੀ ਹੈ ਘਰੇਲੂ ਹਿੰਸਾ? ਘਰੇਲੂ ਹਿੰਸਾ ਦੇ ਕਿਹੜੇ ਨੇ ਕਾਰਨ ਅਤੇ ਘਰੇਲੂ ਹਿੰਸਾ ਤੋਂ ਬਚਣ ਲਈ ਕਿਹੜੀਆਂ ਸਾਵਧਾਨੀਆਂ ਜ਼ਰੂਰੀ ਨੇ? ਇਸ ਵਿਸ਼ੇ ਤੇ ਗੱਲਬਾਤ ਕਰਾਂਗੇ, ਵਿਚਾਰ ਚਰਚਾ ਕਰਾਂਗੇ। ਤੇ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਸ਼ਾਮਲ ਹੋਏ ਨੇ ਉੱਘੇ ਸਮਾਜ ਸੇਵੀ ਅਤੇ ਸਾਂਝ ਕੇਂਦਰ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਆਗੂ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਵੜਿੰਗ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਖਾਨਪੁਰ ਸਾਹਿਬ ਪ੍ਰੋਗਰਾਮ ਦੇ ਵਿੱਚ। ਨਿੱਘਾ ਸਵਾਗਤ ਹੈ ਜੀ। ਗੁਰਪ੍ਰੀਤ ਜੀ, ਮੈਂ ਨੀਡਰ ਚੈਨਲ ਦਾ ਬਹੁਤ ਹੀ ਧੰਨਵਾਦੀ ਹਾਂ, ਜਿਨ੍ਹਾਂ ਨੇ ਬਹੁਤ ਹੀ ਵਧੀਆ ਇਸ਼ੂ ਜੋ ਸਾਡੇ ਸਮਾਜ ਦੇ ਵਿੱਚ ਚੱਲ ਰਿਹਾ ਹੈ, ਡੋਮੈਸਟਿਕ ਵਾਇਲੈਂਸ ਦਾ, ਉਹਦੇ ਉੱਤੇ ਅੱਜ ਗੱਲ ਕਰਨ ਵਾਸਤੇ ਦਾਸ ਨੂੰ ਸਮਾਂ। ਖਾਨਪੁਰ ਸਾਹਿਬ, ਸਭ ਤੋਂ ਪਹਿਲਾਂ ਤਾਂ ਆਪਾਂ ਇਹੀ ਗੱਲਬਾਤ ਕਰਾਂਗੇ ਕਿ ਆਖਰ ਘਰੇਲੂ ਹਿੰਸਾ ਹੁੰਦੀ ਕੀ ਹੈ? ਡੋਮੈਸਟਿਕ ਵਾਇਲੈਂਸ, ਜਿਸ ਤਰੀਕੇ ਦੇ ਨਾਲ ਆਪਾਂ ਸਧਾਰਨ ਸ਼ਬਦਾਂ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਦੱਸਣਾ ਹੋਵੇ। ਗੁਰਪ੍ਰੀਤ ਜੀ, ਜਿਹੜੀ ਘਰੇਲੂ ਹਿੰਸਾ, ਇਹਨੂੰ ਹਿੰਸਾ ਹੀ ਕਰਾਂਗੇ, ਡੋਮੈਸਟਿਕ ਵਾਇਲੈਂਸ। ਆਪਾਂ ਇੱਕ ਪਰਿਵਾਰ ਹੁੰਦਾ, ਪਰਿਵਾਰ ਦੇ ਵਿੱਚ ਸਾਡਾ ਬੱਚਾ ਜਦੋਂ ਜਵਾਨ ਹੁੰਦਾ ਜਾਂ ਲੜਕੀ ਜਵਾਨ ਹੁੰਦੀ ਹੈ, ਉਹਦੇ ਵਾਸਤੇ ਆਪਾਂ ਇਹੀ ਸੋਚਦੇ ਹਾਂ ਕਿ ਮੇਰੇ ਲੜਕੇ ਵਾਸਤੇ ਕੋਈ ਅੱਛਾ ਪਰਿਵਾਰ ਮਿਲੇ, ਅੱਛਾ ਘਰ ਮਿਲੇ, ਮੇਰੇ ਬੱਚੇ ਨੂੰ, ਲੜਕੇ ਨੂੰ ਚੰਗਾ ਦਾਜ ਮਿਲੇ ਤੇ ਚੰਗਾ ਉਹ ਹੋਵੇ। ਤੇ ਇਹੀ ਦੂਜੀ ਸੋਚ ਹੁੰਦੀ ਹੈ ਵੀ ਮੇਰੀ ਲੜਕੀ ਵਾਸਤੇ ਵੀ ਚੰਗਾ ਘਰ ਮਿਲੇ। ਜਦੋਂ ਅਸੀਂ ਸਭ ਤੋਂ ਪਹਿਲਾਂ ਲੜਕੇ ਨੂੰ ਵੱਧ ਪ੍ਰੈਫਰੈਂਸ ਦਿੰਦੇ ਹਾਂ, ਲੜਕੀ ਬਾਰੇ ਘੱਟ ਸੋਚਦੇ, ਕਿਉਂਕਿ ਧੀਆਂ ਬਾਰੇ ਹਰ ਇੱਕ ਦੀ ਸੋਚਣੀ ਉਹ ਅਲੱਗ ਹੈ, ਮਾਵਾਂ ਦੀ ਜਾਂ ਬਾਪਾਂ ਦੀ। ਨੂੰਹਾਂ ਵਾਸਤੇ ਜ਼ਿਆਦਾ ਹੈ। ਉਹ ਨੂੰਹ ਨੂੰ ਇੱਕ ਬਗਾਨੀ ਜਾਂ ਪਰਾਈ ਉਹ ਦੱਸਦੇ ਨੇ, ਉਹਨੂੰ ਉਹ ਸਨਮਾਨ ਨਹੀਂ ਮਿਲਦਾ ਸਹੁਰੇ ਘਰ ਵਿੱਚ ਜਾ ਕੇ ਜੋ ਆਪਣੀ ਧੀ ਨੂੰ ਦਿੰਦੇ ਨੇ। ਜਦੋਂ ਇੱਥੇ ਫਰਕ ਆ ਜਾਂਦਾ ਹੈ ਤਾਂ ਉਸ ਲੜਕੀ ਦੇ ਮਨ ਦੇ ਵਿੱਚ ਵੀ ਇਹ ਗੱਲ ਹੋ ਜਾਂਦੀ ਹੈ ਕਿ ਮੈਂ ਦੇਖੋ ਘਰ-ਬਾਰ ਛੱਡ ਕੇ ਇਹਨਾਂ ਦੇ ਘਰ ਆਈ ਹਾਂ ਤੇ ਮੇਰਾ ਸਨਮਾਨ ਕੀ। ਨੰਬਰ ਦੂਜਾ, ਜਿਹੜੀ ਸਭ ਤੋਂ ਵੱਡਾ ਕਾਰਨ ਹੈ ਉਹ ਸਾਡੀ ਅਨਪੜ੍ਹਤਾ ਹੈ। ਦੇਖੋ, ਡੋਮੈਸਟਿਕ ਵਾਇਲੈਂਸ ਦੇ ਵਿੱਚ ਜ਼ਿਆਦਾ ਰੋਲ ਔਰਤ ਦਾ, ਔਰਤ ਪ੍ਰਤੀ ਹੋਵੇ। ਬੰਦੇ ਦਾ ਰੋਲ ਘੱਟ ਹੈ, ਔਰਤ ਦਾ ਰੋਲ ਵੱਧ ਹੈ। ਇੱਕ ਸੱਸ ਹੋਣ ਦੇ ਨਾਤੇ ਉਹਦੇ ਮਨ ਦੀ ਇਹ ਇੱਛਾ ਹੁੰਦੀ ਹੈ ਕਿ ਮੇਰੇ ਪੁੱਤ ਨੂੰ ਦਾਜ ਬਹੁਤ ਜ਼ਿਆਦਾ, ਬਹੁਤ ਹਰ ਚੀਜ਼ ਮਿਲੇ। ਜਦੋਂ ਉਹ ਲੜਕੀ, ਦੇਖੋ ਕਬੀਲਦਾਰੀ ਹੈ, ਤਕੜੇ ਵੀ ਹੁੰਦੇ ਨੇ, ਮਾੜੇ। ਕੋਈ ਵੀ ਪਿਓ ਆਪਣੀ ਧੀ ਨੂੰ ਘੱਟ ਦਾਜ ਨਹੀਂ ਦਿੰਦਾ, ਘੱਟ ਗਹਿਣੇ ਨਹੀਂ ਪਾਉਂਦਾ, ਘੱਟ ਖੁਸ਼ ਰੱਖਣਾ ਚਾਹੁੰਦਾ। ਜੋ ਚੀਜ਼ ਉਹ ਆਪਣੀ ਦੇ ਸਕਦਾ ਵੱਧ ਤੋਂ ਵੱਧ ਲੋਨ ਚੱਕ ਕੇ ਜ਼ਮੀਨਾਂ ਗਹਿਣੇ ਤੱਕ ਵੀ ਲੋਕ ਦਿੰਦੇ ਨੇ। ਪਰ ਅੱਗੇ ਜਿਹੜੇ ਲੋਕਾਂ ਦੀ ਜਿਹੜੀ ਮਨ ਦੀ ਸੋਚ ਹੈ ਜਾਂ ਉਹਨਾਂ ਦੀ ਇੱਛਾਵਾਂ ਨੇ ਇੰਨੀਆਂ ਵਧੀਆ ਹੁੰਦੀਆਂ, ਖਾਸ ਕਰਕੇ ਔਰਤਾਂ ਦੀਆਂ। ਆ ਮੇਰੀ ਨੂੰ ਮੇਰੇ ਖਾਨਪੁਰ ਸਾਹਿਬ, ਜਿਸ ਤਰੀਕੇ ਨਾਲ ਤੁਸੀਂ ਮਾਫ ਕਰਨਾ, ਜਿਸ ਤਰੀਕੇ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ ਕਿ ਜਦੋਂ ਕਿਸੇ ਲੜਕੇ ਲੜਕੀ ਦਾ ਵਿਆਹ ਹੁੰਦਾ ਹੈ ਤੇ ਖਾਸ ਤੌਰ ਤੇ ਲੈਣ ਦੇਣ ਦੀ ਗੱਲ ਹੁੰਦੀ ਹੈ, ਦਾਜ ਦੀ ਗੱਲ ਤੁਸੀਂ ਕਰ ਰਹੇ ਹੋ, ਤਾਂ ਕੀ ਮੰਨਿਆ ਜਾਵੇ ਜਿਹੜਾ ਮੁੱਢ ਵੱਜਦਾ ਹੈ ਘਰੇਲੂ ਹਿੰਸਾ ਦਾ ਇੱਥੋਂ ਵੱਜਦਾ? ਬਿਲਕੁਲ ਸਭ ਤੋਂ, ਕਿਉਂਕਿ ਘਰ ਦੇ ਵਿੱਚ ਜਿਹੜਾ ਪਰਿਵਾਰ ਚੱਲਣਾ ਉਹ ਲੜਕਾ ਤੇ ਲੜਕੀ ਤੋਂ ਚੱਲਣਾ। ਲੜਕੀ ਨੇ ਸਾਡੀ ਨੇ ਦੂਜੇ ਘਰ ਚਲਿਆ ਜਾਣਾ, ਸਹੁਰੇ ਘਰ, ਤੇ ਦੂਜੀ ਲੜਕੀ ਨੇ ਸਾਡੇ ਘਰ ਆ ਜਾਣਾ। ਸਾਡੀ ਇੱਛਾ ਇਹੀ ਹੁੰਦੀ ਹੈ। ਉਹ ਜਿਹੜੀ ਸੱਸਾਂ ਹੁੰਦੀਆਂ ਨੇ ਪੁਰਾਣੇ ਜ਼ਮਾਨੇ ਦੀਆਂ, ਪਰ ਅੱਜ ਦੀਆਂ ਵੀ ਜੇ ਜਿੰਨੀਆਂ ਮਰਜ਼ੀ ਪੜ੍ਹ ਲੈਣ, ਸੋਚ ਉਹਨਾਂ ਦੀ ਹੋ ਗਈ ਹੈ। ਉਹਨਾਂ ਦਾ ਇਹੀ ਗੱਲ ਹੁੰਦੀ ਹੈ ਵੀ ਇਹ ਦਾਜ ਘੱਟ ਲੈ ਕੇ ਆਈਏ, ਤੇ ਉਹਨੂੰ ਉਹਨਾਂ ਗੱਲਾਂ ਦੇ ਵਿੱਚ ਤਾਨੇ ਮਿਹਣੇ ਮਾਰਦੀਆਂ ਰਹਿਣਗੀਆਂ, ਇਹ ਨਹੀਂ ਆਇਆ, ਇਹ ਨਹੀਂ ਆਇਆ। ਉਹ ਜਿੰਨਾ ਸਤਿਕਾਰ ਉਹ ਆਪਣੀ ਲੜਕੀ ਨੂੰ ਦਿੰਦੀਆਂ ਨੇ, ਉਹਦੀ ਨੂੰਹ ਨਹੀਂ ਹੁੰਦੀਆਂ, ਇਸ ਲਈ ਨੂੰਹ ਉਹਨੂੰ ਫੀਲ ਕਰਦੀ ਹੈ। ਤੇ ਜਦੋਂ ਉਹਦੇ ਲੜਕਾ ਉਹ ਲੜਕੀ ਦੇ ਘਰ ਵਾਲਾ ਆਉਂਦਾ, ਉਹਦੇ ਕੰਨਾਂ ਦੇ ਵਿੱਚ ਗਲਤ ਫਲਤ ਹਾਸਿਆ ਜਿਹੜੀ ਉਹ ਕਹਿੰਦੀ ਹੈ, ਇਹ ਕੰਮ ਨਹੀਂ ਕਰਦੀ, ਇਹ ਬੈਠੀ ਰਹਿੰਦੀ ਹੈ, ਇਹ ਫੋਨ ਤੇ ਲੱਗੀ ਰਹਿੰਦੀ ਹੈ, ਆਪਣੇ ਮਾਪਿਆਂ ਨਾਲ ਗੱਲਾਂ ਕਰ ਲੈਂਦੀ ਹੈ। ਜੇ ਸੋਚਿਆ ਜਾਵੇ, ਕੋਈ ਲੜਕੀ ਅਸੀਂ ਗੁਲਾਮ ਨਹੀਂ ਬਣਾਈ ਗਈ।
ਉਹ ਦੂਜੀ ਲੜਕੀ ਆਪਣੇ ਮਾਂ-ਬਾਪ ਛੱਡ ਕੇ ਆਪਣੇ ਘਰ ਆਈ ਹੈ, ਉਹਨੇ ਆਪਣੇ ਮਾਂ-ਬਾਪਾਂ ਨਾਲ ਗੱਲ ਕਰਦੀ, ਲੇਕਿਨ ਜਿਹੜੀਆਂ ਸੱਸਾਂ ਨੇ ਉਹ ਇਹ ਗੱਲ ਨੂੰ ਬਰਦਾਸ਼ਤ ਨਹੀਂ ਕਰਦੀਆਂ ਵੀ ਕਿਉਂ ਇੰਨੀ ਦੇਰ ਗੱਲ ਕਰਦੀ ਹੈ। ਗੱਲ ਤਾਂ ਹੁੰਦੀ ਹੈ ਵੀ ਦਾਜ ਪਿੱਛੇ ਜਾਂ ਕੋਈ ਘਾਟ ਆ ਗਿਆ ਬੜੀ ਗੱਲ ਤੇ, ਲੇਕਿਨ ਉਹ ਬਹਾਨਾ ਭਾਲਦੀਆਂ ਨੇ। ਉਹ ਬਹਾਨਾ ਭਾਲ ਦੇ ਉੱਤੇ ਜਦੋਂ ਉਹ ਆਪਣੇ ਪੁੱਤ ਨੂੰ ਉਹ ਗੱਲ ਦੱਸਦੀ ਹੈ, ਪੁੱਤ ਮਾਂ ਦਾ ਪੱਖ ਪੂਰਦਾ ਕਿ ਉਹ ਮਾਂ ਨੇ ਪਾਲ ਕੇ 15 20 25 ਸਾਲ ਦਾ ਕੀਤਾ ਹੁੰਦਾ, ਉਹ ਮਾਂ ਦਾ ਜੀ ਪੱਖ ਜ਼ਿਆਦਾ ਲੈਂਦਾ, ਘਰ ਵਾਲੀ ਦਾ ਪੱਖ ਨੂੰ ਉਹਨੂੰ ਚੰਗਾ ਮਾੜਾ ਬੋਲਦਾ, ਇੱਥੇ ਤੱਕ ਕਿ ਕੁੱਟਣ ਦੀ ਨੌਬਤ ਵੀ ਆ ਜਾਂਦੀ ਹੈ। ਲੇਕਿਨ ਬਹਾਨਾ ਇਸ ਗੱਲ ਦਾ ਹੁੰਦਾ। ਨੰਬਰ 2, ਕਈ ਵਾਰ ਇਸ਼ੂ ਨਹੀਂ ਹੁੰਦਾ, ਬੱਚਾ ਨਹੀਂ ਕਈ ਸਾਲ ਹੁੰਦਾ, 5 10 ਸਾਲ 15 ਸਾਲ, ਇਹ ਕੁਦਰਤੀ ਦੇਣ ਹੈ। ਜੀ ਤੇ ਉਸ ਟਾਈਮ ਵੀ ਹੁੰਦਾ ਵੀ ਇਹ ਤਾਂ ਜੀ ਅਸੀਂ ਆਮ ਜਿਵੇਂ ਕਿ ਪੰਜਾਬੀ 'ਚ ਕਹਿੰਦੇ ਲਓ ਜੀ ਇਹ ਤਾਂ ਕੁੜੀ ਅਸੀਂ ਸੰਢ ਲੈ ਜਾਂਦੀ ਹੈਗੀ, ਇਹ ਤਾਂ ਇਹਦੇ ਬੱਚਾ ਨਹੀਂ ਹੋਣਾ। ਕੋਈ ਜਨਾਨੀਆਂ ਵੱਡਿਆਂ ਦੇ ਉਹਨੂੰ ਤੰਗ ਕਰ ਰਿਹਾ, ਜੇ ਰੱਬ ਨਾ ਕਰੇ ਕਿਸੇ ਦੇ ਕੁੜੀ ਜੰਮ ਜੇ, ਉਹ ਕੁੜੀ ਜੰਮਦੇ ਸਾਸੇ ਗੱਲ ਕਹਿੰਦੀ ਆ ਕਿੱਥੇ ਪੱਥਰ ਜੰਮਤਾ, ਆ ਕਿੱਥੇ ਤਾਂ ਕਰ, ਉਹਦੀ ਸੋਚ ਇਹ ਹੁੰਦੀ ਹੈ ਕਿੱਥੇ ਤਾਂ ਬੱਚੇ ਦੀ ਖੁਸ਼ੀ ਮਨਾਉਣੀ ਹੁੰਦੀ ਹੈ ਕਿ ਸਾਡੇ ਘਰ ਨਵਾਂ ਜੀ ਆਇਆ, ਅਸੀਂ ਇਸ ਨੂੰ ਬੱਚੇ ਦੇ ਬਰਾਬਰ, ਬੇਟੇ ਦੇ ਬਰਾਬਰ ਸਮਾਂਗੇ, ਲੇਕਿਨ ਉਸ ਨੂੰ ਪੱਥਰ ਕਹਿ ਕੇ ਉਹਨੂੰ ਹੋਣਾ। ਜੇ ਰੱਬ ਨਾ ਕਰੇ ਦੂਜੀ ਵਾਰ ਫਿਰ ਉਹਦੇ ਲੜਕੀ ਹੋ ਜਾਏ, ਫਿਰ ਉਸ ਤੋਂ ਵੀ ਮਾੜੀ ਹਾਲਤ ਹੁੰਦੀ ਹੈ। ਫਿਰ ਉਸ ਤੋਂ ਬਾਅਦ ਕੀ ਹੁੰਦਾ ਕਿ ਜਦ ਤੀਜਾ ਬੱਚਾ ਹੋਣ ਦਾ ਅਬਲਾ ਤੀਜੇ ਦੀ ਨੌਬਤ ਤੇ ਜਾਣੇ, ਫਿਰ ਉਹ ਸੱਸੇ ਕਹਿੰਦੀ ਹੈ ਵੀ ਐਂ ਕਰੋ ਇਹਨੂੰ ਚੈੱਕ ਕਰਾਓ, ਜੇ ਲੜਕੀ ਹੋਈ ਅਸੀਂ ਇਹਨੂੰ ਫਿਰ ਸਫਾਈ ਕਰ ਦਾਂਗੇ। ਦੇਖੋ ਔਰਤ ਮਾਰਨ ਦਾ ਸਭ ਤੋਂ ਵੱਡਾ ਰੋਲ ਹੈ। ਜਿਹੜੀ ਘਰ ਅਸੀਂ ਲੜਕੀ ਨਹੀਂ ਆਉਣ ਦਿੰਦੇ, ਕੌਣ ਰੋਕਦੀ ਹੈ? ਉਹਦੀ ਸੱਸ ਰੋਕਦੀ। ਉਹ ਕਿਸੇ ਸ਼ਾਇਰ ਨੇ ਬਹੁਤ ਸੋਹਣਾ ਇਹਦਾ ਪ੍ਰਤੀ ਲਿਖਿਆ, ਧੀਆਂ ਜੇਕਰ ਰਹੇ ਮਾਰਦੇ, ਧੀਆਂ ਜੇਕਰ ਰਹੇ ਮਾਰਦੇ, ਧੀ ਨਹੀਂ ਰਹਿਣੀ ਨੂੰਹ ਨਹੀਂ ਆਉਣੀ, ਧੀ ਰਹਿਣੀ ਨਹੀਂ ਹੈਗੀ, ਅੱਗੇ ਨੂੰਹ ਨਹੀਂ ਆਉਣੀ, ਕਿਉਂਕਿ ਅਗਲੇ ਦੀ ਹਾਲਤ ਵੀ ਹੋਣੀ ਹੈ, ਧੀ ਨਹੀਂ ਰਹਿਣੀ ਨੂੰਹ ਨਹੀਂ ਆਉਣੀ, ਦਾਦੀ ਹੋ ਕੇ ਪੋਤੀਆਂ ਮਾਰੇ। ਇੱਕ ਦਾਦੀ ਦੀ ਸੋਚ ਹੁੰਦੀ ਹੈ ਕਿ ਮੇਰੇ ਘਰ ਪੋਤੀ ਨਾ ਜੰਮੇ, ਮੇਰੇ ਮੁੰਡੇ ਦੇ ਘਰ ਕੁੜੀ ਨਾ ਆਵੇ, ਮੇਰੇ ਘਰ ਲੜਕੀ, ਦਾਦੀ ਹੋ ਕੇ ਪੋਤੀਆਂ ਮਾਰੇ। ਪੋਤੀ ਕਿਸੇ ਦੀ ਤੂੰ ਵੀ ਹੋਣੀ, ਜਦ ਤੂੰ ਜੰਮੀ ਸੀ ਤੂੰ ਵੀ ਤਾਂ ਕਿਸੇ ਦੀ ਪੋਤੀ ਸੀਗੀ, ਤੇਰੀ ਵੀ ਤਾਂ ਕੋਈ ਦਾਦੀ ਸੀਗੀ, ਉਸ ਟਾਈਮ ਤੈਨੂੰ ਕਿਸੇ ਨੇ ਕਿਉਂ ਨਹੀਂ ਮਾਰਿਆ? ਦਾਦੀ ਹੋ ਕੇ ਸਾਹਿਬ ਪੋਤੀ। ਇਹ ਸ਼ੇਅਰ ਇੱਕ ਵਾਰ ਤੁਸੀਂ ਦੁਬਾਰਾ ਰਿਪੀਟ ਕਰੋ ਕੱਲਾ ਸ਼ੇਅਰ। ਹਾਂਜੀ, ਚੱਠਾ ਸਾਹਿਬ ਕਹਿੰਦੇ ਧੀਆਂ ਜੇਕਰ ਰਹੇ ਮਾਰਦੇ, ਕੁੜੀਆਂ ਜੇਕਰ ਰਹੇ ਮਾਰਦੇ, ਧੀ ਨਹੀਂ ਰਹਿਣੀ ਨੂੰਹ ਨਹੀਂ ਆਉਣੀ, ਦਾਦੀ ਹੋ ਕੇ ਪੋਤੀਆਂ ਮਾਰੇ, ਪੋਤੀ ਕਿਸੇ ਦੀ ਤੂੰ ਵੀ ਹੋਣੀ। ਤੇਰੇ ਜੰਮਣ ਵੇਲੇ, ਜਦ ਤੂੰ ਜੰਮੀ ਸੀ, ਤੇਰੇ ਜੰਮਣ ਵੇਲੇ ਮਾਪਿਆਂ ਕੰਨ ਤੇ ਸਰਕੀ ਜੂੰ ਨਹੀਂ ਹੋਣੀ, ਕੁੜੀਆਂ ਬਾਝੋਂ ਧੀਆਂ ਬਾਝੋਂ ਤ੍ਰਿੰਜਣਾ ਦੇ ਵਿੱਚ ਚਰਖੇ ਦੀ ਘੂੰ ਹੋਣੀ। ਅੱਜ ਤੀਆਂ ਮਨਾਈਆਂ ਜਾਂਦੀਆਂ ਨੇ, ਅੱਜ ਚਰਖੇ ਚੱਲਦੇ ਨੇ, ਕਿਹਦੇ ਨਾਲ ਚੱਲਦੇ ਨੇ? ਧੀਆਂ ਨਾਲ। ਜੇ ਧੀਆਂ ਹੀ ਨਹੀਂ ਹੋਣਗੇ ਤ੍ਰਿੰਜਣ ਕਿੱਥੇ ਹੋਣਗੇ? ਤੀਆਂ ਕਿੱਥੋਂ ਮਨਾਈਆਂ ਜਾਣਗੀਆਂ? ਹੁਣ ਆਰਟੀਫਿਸ਼ਲ ਤੀਆਂ ਆਪਾਂ ਕਹਿੰਦੇ ਤੀਆਂ ਮਨਾਈਆਂ ਜਾ ਰਹੀਆਂ ਨੇ, ਉਹ ਤੀਆਂ ਨਹੀਂ ਹੁੰਦੀਆਂ, ਉਹ ਟਾਵੀਂ ਧੀਆਂ ਜਿਹੜੀਆਂ ਬਚ ਜਾਂਦੀਆਂ ਨੇ, ਉਹ ਸ਼ੁਕਰ ਅਦਾ ਕਰਨ ਵਾਸਤੇ। ਧੀਆਂ ਬਾਝੋਂ ਤ੍ਰਿੰਜਣਾ ਦੇ ਵਿੱਚ ਚਰਖੇ ਦੀ ਘੂੰ ਘੂੰ ਨਹੀਂ ਹੋਣੀ। ਚੱਠਾ ਸਾਹਿਬ ਰੁੱਖਾਂ ਦੀ ਕੋਈ ਗੱਲ ਨਹੀਂ ਕਰਦਾ, ਮੈਂ ਰੁੱਖਾਂ ਦੇ ਥੱਲੇ ਬੈਠਿਆ, ਆਪਣੇ ਬਾਗ 'ਚ ਬੈਠਿਆ, ਆਪਣੇ ਬਾਗ ਉਹਦੇ ਵਿੱਚ ਬੈਠਿਆ, ਇਹਨੂੰ ਪੰਜਾਬੀ 'ਚ ਪਾਣਾ, ਰੁੱਖਾਂ ਬਾਝੋਂ ਰੁੱਖਾਂ ਦੀ ਕੋਈ ਗੱਲ ਨਾ ਕਰਦਾ। ਜੇ ਰੁੱਖਾਂ ਦੀ ਛਾਂ ਨਾ ਹੁੰਦੀ, ਜੇ ਰੁੱਖਾਂ ਦੇ ਫੁੱਲ ਨਾ ਹੁੰਦੇ, ਜੇ ਰੁੱਖਾਂ ਦੇ ਫਲ ਨਾ ਹੁੰਦੇ, ਰੁੱਖਾਂ ਦੀ ਕੋਈ ਗੱਲ ਨਾ ਕਰਦਾ। ਜੇ ਰੁੱਖਾਂ ਦੀ ਛਾਂ ਨਾ ਹੁੰਦੀ, ਉਹ ਤੂੰ ਫਿਰ ਕਿੱਥੋਂ ਜੰਮਦਾ ਉਹ ਫੁੰਮਣਾ, ਜੇਕਰ ਤੇਰੀ ਮਾਂ। ਇਹ ਸਾਰਾ ਸੰਸਾਰ ਹੈ, ਇਹ ਉਸ ਮਾਂ ਤੋਂ ਜੰਮਿਆ। ਉਹੀ ਮਾਂ, ਉਹੀ ਦਾਦੀ ਦੀ ਜਾਂ ਸੋਚ ਇਹ ਹੋ ਜਾਂਦੀ ਹੈ ਕਿ ਮੈਂ ਧੀ ਨਹੀਂ ਜੰਮਣ ਦੇਣੀ, ਉੱਥੋਂ ਜਾ ਕੇ ਡੋਮੈਸਟਿਕ ਵਾਇਲੈਂਸ ਸ਼ੁਰੂ ਹੁੰਦੀ। ਬਿਲਕੁਲ। ਤੇ ਖਾਨਪੁਰ ਸਾਹਿਬ ਤੁਸੀਂ ਆਪਣੀ ਜਿਹੜੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਸਾਂਝ ਕੇਂਦਰ ਦੇ ਨਾਲ ਜੁੜੇ ਹੋਏ ਹੋ ਤੁਸੀਂ ਪੰਜਾਬ ਪੁਲਿਸ ਦੇ ਵੱਲੋਂ, ਤਾਂ ਹੁਣ ਤੱਕ ਤੁਸੀਂ ਸੈਂਕੜੇ ਹਜ਼ਾਰਾਂ ਕੇਸ ਨੇ ਜਿਹੜੇ ਇਸ ਤਰੀਕੇ ਦੇ ਸੋਲਵ ਕਰ ਚੁੱਕੇ ਹੋ, ਹੱਲ ਕਰਵਾ ਚੁੱਕੇ ਹੋ ਘਰੇਲੂ ਹਿੰਸਾ ਦੇ, ਤਾਂ ਅਜਿਹੇ ਮਸਲੇ ਹੱਲ ਕੀਤੇ ਨੇ ਤੁਸੀਂ, ਤਾਂ ਕੋਈ ਇੱਕ ਦੋ ਤੁਸੀਂ ਉਦਾਹਰਨ ਦੇਣਾ ਚਾਹੋਗੇ ਕਿ ਜਿਸ ਤਰੀਕੇ ਦੇ ਨਾਲ ਕੁਝ ਅਨਪੜ੍ਹਤਾ ਤਾਂ ਇਸ ਦਾ ਕਾਰਨ ਬਣਦੀ ਹੋਈ ਆਪਾਂ ਗੱਲ ਕਰਕੇ ਹਟੇ ਹਾਂ, ਪਰ ਕੁਝ ਪੜ੍ਹੇ ਲਿਖੇ ਲੋਕ ਵੀ ਇਸ ਦਾ ਸ਼ਿਕਾਰ ਹੁੰਦੇ ਨੇ, ਕੋਈ ਉਦਾਹਰਨ ਦੇਣੀ ਚਾਹੋਗੇ ਇਸ ਦੀ ਕੋਈ? ਗੁਰਪ੍ਰੀਤ ਜੀ, ਮੈਂ ਤਕਰੀਬਨ 15-20 ਸਾਲ ਤੋਂ ਸਾਂਝ ਕੇਂਦਰ ਸਦਰ ਰਾਜਪੁਰਾ ਦਾ ਮੈਂਬਰ ਚੱਲਿਆ। ਡੋਮੈਸਟਿਕ ਵਾਇਲੈਂਸ ਦੇ ਕੇਸ ਸਾਡੇ ਕੋਲ ਬਹੁਤ ਆਉਂਦੇ, ਔਰ ਇਹ ਗੱਲ ਕਹੀਏ ਵੀ ਅਨਪੜ੍ਹ ਲੋਕਾਂ ਦੇ ਨਹੀਂ ਆਉਂਦੇ, ਅਨਪੜ੍ਹਾਂ ਤਾਂ ਆਉਂਦੇ ਹੀ ਆਉਂਦੇ ਨੇ, ਲੇਕਿਨ ਜ਼ਿਆਦਾ ਉਹਨਾਂ ਪੜ੍ਹੇ ਲਿਖੇ ਲੋਕਾਂ ਦੇ ਵੀ ਆਉਂਦੇ ਨੇ। ਸਭ ਤੋਂ ਵੱਡਾ ਕਾਰਨ ਤਾਂ ਜਿਹੜਾ ਹੁੰਦਾ, ਜਿਹੜੀ ਮੈਂ ਪਹਿਲਾਂ ਬੇਨਤੀ ਤੁਹਾਨੂੰ ਸ਼ੇਅਰ ਦੇ ਵਿੱਚ ਵੀ ਦੱਸਿਆ
ਜੇ ਬੱਚਾ ਲੜਕੀ ਹੋ ਜੇ, 2 ਲੜਕੀਆਂ ਹੋ ਜਾਣ, ਤਾਂ ਉਹਦੇ ਪਿੱਛੇ ਘਰ ਦੇ ਵਿੱਚ ਉਹ ਕਹਿੰਦੇ ਅਸੀਂ ਇਹ ਕੁੜੀ ਨੂੰ ਰੱਖਣਾ ਨਹੀਂ, ਇਹ ਕੁੜੀ ਤਾਂ ਚੰਗੀ ਨਹੀਂ ਜੀ ਹੈਗੀ, ਇਹ ਫਲਾਣੀ, ਉਹਦੇ ਉੱਤੇ ਦੋਸ਼ ਲੱਗਣੇ ਸ਼ੁਰੂ ਹੋ ਜਾਂਦੇ ਨੇ। ਦੂਜਾ, ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸੱਸ, ਉਹ ਮਾਂ ਆਪਣੇ ਪੁੱਤ ਦੇ ਕੰਨ ਭਰਦੀ ਰਹਿੰਦੀ ਹੈ, ਤੇ ਉਹ ਘਰ ਦੇ ਵਿੱਚ ਕਲੇਸ਼ ਹੈ। ਕਿੱਥੇ ਤਾਂ ਉਹਨਾਂ ਨੇ ਇੱਕ ਸਵਰਗ ਬਣਾਉਣਾ ਸੀ, ਘਰ ਨੂੰ ਇੱਕ ਦੂਜੇ ਨਾਲ ਪਿਆਰ, ਕਿੱਥੇ ਇੱਕ ਪ੍ਰਤੀ ਨਫ਼ਰਤ ਹੋ ਜਾਂਦੀ ਹੈ। ਮੁੰਡਾ ਆਪਣੇ ਕਮਰੇ ਵਿੱਚ ਸੌਣ ਲੱਗ ਜਾਂਦਾ ਹੈ, ਉਹ ਮਾਂ ਦੇ ਨੇੜੇ ਸੌਣ ਲੱਗ ਜਾਂਦਾ ਹੈ, ਤੇ ਉਹ ਵਿਚਾਰੀ ਇਕੱਲੀ ਸਾਰੀ ਰਾਤ ਪਾਸੇ ਲੈ ਕੇ ਆਪਣਾ ਟਾਈਮ, ਦਿਨ ਰਾਤ ਉਹ ਕੰਮ ਕਰਦੀ ਹੈ। ਰਾਤ ਨੂੰ ਉਹਦਾ ਜੋ ਵਿਛੋੜਾ ਹੈ, ਜੋ ਤਕਲੀਫ ਹੈ, ਉਹ ਉਹੀ ਜਾਣਦੀ ਹੈ। ਉਹ ਵੱਡਾ ਦੁੱਖ ਹੈ, ਆਪਣੇ ਪੇਕੇ ਚਲੀ ਜਾਂਦੀ ਹੈ। ਪੇਕੇ ਜਾ ਕੇ ਉਹ ਕਹਿੰਦੀ ਮੈਂ ਹੁਣ ਵਾਪਸ ਨਹੀਂ ਜਾਣਾ ਹੈਗਾ, ਮੈਂ ਸਹੁਰੇ ਨਹੀਂ ਜਾਣਾ। ਉਹ ਪੁੱਛਦੇ ਆ ਕਾਰਨ ਕੀ ਹੈ, ਉਹ ਕਹਿੰਦੇ ਕਾਰਨ ਕੀ ਹੈ, ਮੇਰੇ ਲੜਾਈ ਝਗੜਾ ਹੁੰਦਾ ਹੈ। ਫਿਰ ਦੂਜਾ, ਉਹ ਦਾਰੂ ਪੀ ਕੇ ਆਉਂਦਾ, ਡਰਿੰਕ ਕਰਦਾ, ਹੋਰ ਨਸ਼ੇ ਕਰਦਾ, ਮੈਨੂੰ ਕੁੱਟਦਾ ਮਾਰਦਾ। ਇੱਥੋਂ ਡੋਮੈਸਟਿਕ ਵਾਇਲੈਂਸ ਸ਼ੁਰੂ ਹੋ ਜਾਂਦੀ ਹੈ। ਇਹ ਤਾਂ ਹੋ ਗਈ ਇੱਕ ਆਮ। ਕਈ ਵਾਰ ਪੜ੍ਹੇ ਲਿਖੇ ਲੋਕ, ਸਾਡੀ ਮੇਰੇ ਨੌਲੇਜ ਦੇ ਵਿੱਚ ਕਈ ਇਦਾਂ ਦੇ ਕੇਸ ਆਏ ਨੇ ਕਿ ਇੱਕ ਵਕੀਲ ਹੁੰਦਾ ਹੈ, ਇੱਕ ਉਹਦੀ ਘਰ ਵਾਲੀ ਪ੍ਰਿੰਸੀਪਲ ਲੱਗੀ ਹੁੰਦੀ ਹੈ, ਬੱਚੇ ਉਹਨਾਂ ਦੇ ਹੁੰਦੇ ਨੇ, ਆਪਸ ਦੇ ਵਿੱਚ ਕੀ ਮਿਸਅੰਡਰਸਟੈਂਡਿੰਗ ਹੁੰਦੀ ਹੈ ਕਿ ਉਹ ਜਦੋਂ ਲੇਟ ਆਉਂਦੀ ਹੈ ਜਾਂ ਫੋਨ ਕਰਦੀ ਹੈ ਆਪਣੇ ਸਾਥੀਆਂ ਨੂੰ, ਮੈਡਮਾਂ ਨੂੰ, ਜਾਂ ਜਿਹੜੇ ਟੀਚਰ, ਉਹਨੂੰ ਸ਼ੱਕ ਪੈਂਦਾ ਵੀ ਪਤਾ ਨਹੀਂ ਇਹ ਫੋਨ ਤੇ ਲੱਗੀ ਰਹਿੰਦੀ ਹੈ, ਕੀ ਹੈ। ਉਹ ਪੁੱਛਦਾ ਕਿਹਨੂੰ ਫੋਨ ਕਰਿਆ, ਉਹ ਕਹਿੰਦਾ ਤੁਹਾਨੂੰ ਕੀ ਮਤਲਬ ਹੈ, ਮੈਂ ਫੋਨ ਕੀਤਾ, ਗਲਤ ਤਾਂ ਨਹੀਂ ਕੀਤਾ, ਤੁਹਾਡੇ ਸਾਹਮਣੇ ਫੋਨ ਕੀਤਾ। ਉੱਥੇ ਜਾ ਕੇ ਉਹਨਾਂ ਦੀ ਕੁੱਟਮਾਰ ਸ਼ੁਰੂ ਹੋ ਜਾਂਦੀ ਹੈ, ਇੱਕ ਦੂਏ ਹੈ, ਇੱਥੇ ਤੱਕ ਨੌਬਤ ਪਹੁੰਚ ਜਾਂਦੀ ਹੈ ਕਿ ਦੋਨੇ ਹੋਏ। ਮੈਂ ਤੁਹਾਨੂੰ ਆਪਣੀ ਇੱਥੋਂ ਦੀ ਗੱਲ ਨਹੀਂ, ਮੈਂ ਇੰਗਲੈਂਡ ਦੀ ਗੱਲ ਦੱਸਦਾ। ਮੈਂ ਇੰਗਲੈਂਡ ਗਿਆ 89 ਦੇ ਵਿੱਚ, ਮੈਂ ਗੁਰਦੁਆਰਾ ਸਾਹਿਬ ਠਹਿਰਿਆ ਹੋਇਆ। ਉੱਥੇ ਸਾਡੇ ਕੋਲ ਅਸੀਂ ਖਾਣਾ ਖਾ ਰਹੇ ਸੀ, ਇੱਕ ਬਹੁਤ ਹੀ ਜੈਂਟਲਮੈਨ, ਜਿਹਦੀ ਕੋਈ ਉਮਰ ਜੀ 30-32 ਸਾਲ ਦੀ ਹੋਊਗੀ, ਉਹ ਸੱਗੂ ਉਹਦਾ ਨਾਂ ਸੀ। ਉਹ ਆਇਆ, ਆ ਕੇ ਕਹਿਣ ਲੱਗਿਆ, ਜਿਹੜੇ ਸਾਡੇ ਪ੍ਰਧਾਨ ਸੀ ਗੁਰਦੁਆਰਾ ਸਾਹਿਬ ਦੇ, ਕਹਿੰਦਾ ਜੀ ਮੈਂ ਬਹੁਤ ਦੁਖੀ ਹਾਂ, ਮੈਨੂੰ ਬਹੁਤ ਤੰਗ ਹੈ, ਮੇਰੇ ਘਰ 'ਚ ਕਲੇਸ਼ ਹੈ, ਮੇਰੇ ਘਰ 'ਚ ਭੂਤ ਪਲੇਤ ਬੜਿਆ ਹੋਇਆ ਜੀ, ਮੇਰੇ ਘਰ ਕਲੇਸ਼ ਰਹਿੰਦਾ। ਉਹ ਮੈਨੂੰ ਉਹਨਾਂ ਨੇ ਕਿਹਾ, ਬੜਿੰਗ ਸਾਹਿਬ ਤੁਸੀਂ ਪੰਜਾਬ ਤੋਂ ਆਏ ਨੇ, ਮਸਲਾ ਹੱਲ ਕਰੋ, ਕੀ ਹੈ ਕੀ। ਮੈਂ ਕਿਹਾ ਜੀ ਮੈਂ ਕੌਣ ਆ ਮਸਲਾ ਹੱਲ ਕਰਾਂ, ਤੁਸੀਂ ਐਡੇ ਬੜੇ ਸਿਆਣੇ, ਮੇਰੇ ਤੋਂ ਉਮਰ ਦੇ ਵੱਡੇ। ਕਹਿੰਦੇ ਨਹੀਂ ਨਹੀਂ, ਹਰ ਇੱਕ ਦਾ ਜ਼ਿੰਦਗੀ ਦਾ ਆਪਣਾ। ਮੈਂ ਉਹਨੂੰ ਪੁੱਛਿਆ ਵੀ ਹਾਂ ਕਿ ਸੱਗੂ ਸਾਹਿਬ ਤੁਸੀਂ ਕੀ ਕਰਦੇ ਹੋ। ਕਹਿੰਦਾ ਜੀ ਮੈਂ ਕਾਰਪੈਂਟਰ ਦਾ ਕੰਮ ਕਰਦਾ। ਮੈਂ ਕਿੰਨੀ ਦੇਰ ਹੋਈ ਇੰਗਲੈਂਡ ਆਏ ਨੂੰ। ਕਹਿੰਦਾ ਜੀ ਮੈਨੂੰ 5 ਸਾਲ ਹੋ ਗਏ। ਮੈਂ ਤੂੰ ਪੜ੍ਹਿਆ ਕਿੰਨਾ ਹੈ, ਕਹਿੰਦਾ ਮੈਂ 10ਵੀਂ ਪਾਸ ਹਾਂ। ਮੈਂ ਤੇਰੀ ਘਰ ਵਾਲੀ, ਕਹਿੰਦੀ ਮੇਰੀ ਘਰ ਵਾਲੀ ਇੱਥੋਂ ਦੀ ਬੌਰਨ ਹੈ, ਇੰਗਲੈਂਡ ਦੀ ਬੌਰਨ ਹੈ। ਮੈਂ ਉਹ ਕੀ ਜੀ ਕਰਦੀ ਹੈ, ਕਹਿੰਦਾ ਉਹ ਕਿਸੇ ਦਫ਼ਤਰ ਦੇ ਵਿੱਚ, ਉਹ ਜਿਹੜਾ MD ਹੈ ਉਹਦੀ PA ਹੈ, ਉਹਦੀ ਸੈਕਟਰੀ ਹੈ। ਹਾਂ ਬਹੁਤ ਖੁਸ਼ੀ ਦੀ ਗੱਲ ਹੈ। ਮੈਂ ਫਿਰ ਲੜਾਈ ਦਾ ਕਾਰਨ ਕੀ ਹੈ, ਕਹਿੰਦਾ ਜੀ ਉਹ ਗੱਡੀ ਦੇ ਉੱਤੇ ਰੋਜ਼ ਉਹਨੂੰ ਉਹਦੇ ਸਾਥੀ ਗੋਰਾ ਛੱਡ ਕੇ ਜਾਂਦਾ, ਕਦੇ ਕੋਈ ਛੱਡ ਕੇ ਜਾਂਦਾ, ਤੇ ਇਸ ਕਰਕੇ ਉਹ ਲੇਟ ਆਉਂਦੀ ਹੈ। ਮਹਾ ਵੀ ਇਹ ਤਾਂ ਉਹਦਾ ਕੰਮਕਾਰ ਇਦਾਂ ਦਾ ਹੋਊਗਾ, ਇਸ ਕਰਕੇ ਲੇਟ ਆਉਂਦੀ, ਤੈਨੂੰ ਕੀ। ਜੀ ਕਹਿੰਦਾ ਮੈਨੂੰ ਸ਼ੱਕ ਹੈ। ਮਹਾ ਵੀ ਸ਼ੱਕ ਦਾ ਕੋਈ ਇਲਾਜ ਨਹੀਂ, ਸ਼ੱਕ ਤਾਂ ਘਰਾਂ ਨੂੰ ਬਰਬਾਦ ਕਰਦਾ। ਉਹ ਮੈਨੂੰ ਕਹਿਣ ਲੱਗੇ ਤੁਸੀਂ ਆਏ ਕਰੋ, ਤੁਸੀਂ ਇਹਨਾਂ ਨੂੰ ਦੋਵਾਂ ਨੂੰ ਮਿਲੋ ਜਾ ਕੇ। ਉਹ ਮੈਨੂੰ ਆਪਣੇ ਜੀ ਘਰ ਨਾਲ ਲੈ ਗਿਆ। ਮੈਂ ਸੀ, ਮੇਰੇ ਨਾਲ ਇੱਕ ਹੋਰ ਸੀਗਾ। ਅਸੀਂ ਜਾ ਕੇ ਜਿਹੜੀ ਲੜਕੀ ਸੀ, ਉਹ ਵੀ ਕੋਈ 30-35 ਸਾਲ, ਬਹੁਤ ਸਿਆਣੇ, ਸੁਲਝੀ ਹੋਈ ਲੜਕੀ, ਮੈਨੂੰ ਜਾ ਕੇ ਸਤਿ ਸ਼੍ਰੀ ਅਕਾਲ ਕੀਤੀ। ਮਹਾ ਬੇਟਾ ਸੁਣਾ ਕੀ ਹਾਲ ਹੈ। ਮਹਾ ਬੇਟਾ ਥੋੜਾ ਝਗੜਾ ਕਿਉਂ ਹੈ। ਮਹਾ ਤੂੰ ਕਿੰਨੀ ਪੜ੍ਹੀ ਹੈ। ਉੱਥੇ ਕਹਿੰਦੀ ਮੈਂ ਉੱਥੇ ਲੇਵਲ ਚੱਲਦੇ ਆਪਾਂ BA MA ਇਦਾਂ ਨਹੀਂ। ਉਹ ਕਹਿੰਦੀ ਮੈਂ O ਲੈਵਲ ਕੀਤਾ, ਮਤਲਬ ਕਾਫੀ ਵੱਡੀ ਪੜ੍ਹਾਈ ਕੀਤੀ ਹੈ। ਮੈਂ ਹੁਣ ਕੀ ਜੀ ਕਰਦੀ, ਕਹਿੰਦੀ ਮੈਂ ਫੈਕਟਰੀ ਦੇ ਵਿੱਚ ਸੈਕਟਰੀ ਹਾਂ। ਮਹਾ ਇਹ ਕੀ ਕਰਦਾ, ਕਹਿੰਦੀ ਇਹ ਕਾਰਪੈਂਟਰ ਦਾ ਕੰਮ ਕਰਦਾ, ਲੋਕਾਂ ਦੇ ਘਰਾਂ ਵਿੱਚ ਜਾ ਕੇ। ਮਹਾ ਇਹ ਕਿੰਨਾ ਪੜ੍ਹਿਆ, ਕਹਿੰਦੀ ਮੈਨੂੰ ਤਾਂ ਪਤਾ ਨਹੀਂ, ਮਾਂ ਬਾਪਾਂ ਨੇ ਚੁਣ ਲਿਆ, ਇੰਗਲੈਂਡ ਬੁਲਾ ਲਿਆ, ਤੇ ਮੈਂ ਜ਼ਿੰਦਗੀ ਕੱਟ ਰਿਹਾ। ਇਹ ਸ਼ੱਕ ਬਹੁਤ ਜ਼ਿਆਦਾ ਕਰਦਾ, ਮੇਰੇ ਤੇ ਸ਼ੱਕੀ ਹੈ। ਅਸੀਂ ਉਹਨਾਂ ਦੋਨਾਂ ਨੂੰ ਬਿਠਾ ਕੇ, ਮਹਾ ਬੇਟਾ ਦੇਖੋ, ਕੋਈ ਕਿਸੇ ਨੂੰ ਮੂੰਹ 'ਚ ਨਹੀਂ ਪਾਉਂਦਾ, ਇਹ ਤੁਹਾਡੇ ਆਪਣੀ ਮਨ ਦੀ ਸੋਚ ਹੈ। ਜੇ ਤੁਸੀਂ ਕਿਸੇ ਨਾਲ ਗੱਲ ਕਰਨਾ ਵੀ, ਕਿਉਂਕਿ ਅਸੀਂ ਇੰਡੀਆ ਤੋਂ ਗਏ ਹਾਂ, ਅਸੀਂ ਇੰਡੀਆ ਤੋਂ ਚਾਹੇ ਅਸੀਂ ਇੰਗਲੈਂਡ ਚਲੇ ਜਾਈਏ, ਅਮਰੀਕਾ ਚਲੇ ਜਾਈਏ, ਜਿਹੜੇ ਮਰਜ਼ੀ ਦੇਖ ਲਏ, ਲੇਕਿਨ ਸਾਡੀ ਸੋਚਣੀ ਉਹ ਇੱਥੇ ਵਾਲੀ ਹੋ ਜਾਂਦੀ ਹੈ, ਪੰਜਾਬ ਵਾਲੀ ਹੋ ਜਾਂਦੀ ਹੈ। ਅਸੀਂ ਇੱਕ ਦੂਜੇ ਦੇ ਉੱਤੇ ਨਫ਼ਰਤ, ਇੱਕ ਦੂਜੇ ਉੱਤੇ ਘਿਰਨਾ, ਇੱਕ ਦੂਜੇ ਦਾ ਖੁੱਲ੍ਹ ਕੇ ਕਿਸੇ ਨਾਲ ਗੱਲ ਕਰਨਾ, ਇੱਕ ਦੂਜੇ ਨਾਲ ਅਸੀਂ ਬੁਰਾ ਸਮਝਦੇ ਹਾਂ। ਇਸ ਲਈ ਜੀ ਉਹ ਲੋਕ ਬਹੁਤ ਐਡਵਾਂਸ ਨੇ, ਉਹਨਾਂ ਦੇ ਮਨ ਜੋ ਉਹ ਅੰਦਰੋਂ ਨੇ ਉਹੀ ਬਾਹਰੋਂ ਹੈ। ਆਪਾਂ ਲੋਕ ਅੰਦਰੋਂ ਕੁਛ ਹਾਂ ਤੇ ਬਾਹਰੋਂ ਕੁਛ ਹਾਂ। ਉਹ ਮੈਂ ਜੀ ਜਦੋਂ ਉਹਨਾਂ ਨੂੰ ਦੋਨਾਂ ਨੂੰ ਬਿਠਾ ਕੇ, ਤੁਸੀਂ ਆਏਂ ਕਰੋ, ਸਵੇਰੇ ਪਾਠ ਕਰਿਆ ਕਰੋ ਸੁਖਮਨੀ ਸਾਹਿਬ। ਉਹ ਕਹਿੰਦੀ ਮੈਂ ਪਾਠ ਕਰਦੀ ਹਾਂ ਜੀ। ਮਹਾ ਇਹ ਕਹਿੰਦੀ ਇਹ ਨਹੀਂ ਪਾਠ ਕਰਦਾ। ਮਹਾ ਤੂੰ ਕਾਕਾ ਪਾਠ ਕਰਿਆ ਕਰ। ਕਹਿੰਦਾ ਜੀ ਮੈਂ ਤਾਂ ਇੰਨਾ ਪੜ੍ਹਿਆ ਨਹੀਂ, ਪੰਜਾਬੀ ਮੈਨੂੰ ਆਉਂਦੀ ਨਹੀਂ ਹੈਗੀ ਟੁੱਟੀ ਫੁੱਟੀ। ਮਹਾ ਤੂੰ ਹਿੰਦੀ ਜਾਣਦਾ, ਮੈਂ ਹਿੰਦੀ 'ਚ ਪੜ੍ਹ। ਮਹਾ ਤੁਸੀਂ ਸਾਨੂੰ 15-20 ਦਿਨਾਂ ਬਾਅਦ ਅਸੀਂ ਤੁਹਾਡੇ ਘਰ, ਅਸੀਂ 15-20 ਦਿਨਾਂ ਬਾਅਦ ਉਹਦੇ ਘਰ ਗਏ। ਮਹਾ ਇੱਕ ਨਫ਼ਰਤ ਹੀ ਕਰਨੀ, ਗੁਰਬਾਣੀ ਸਾਨੂੰ ਆਪ 'ਚ ਮੇਲ ਪਿਆਰ ਜੋੜਨਾ ਹੋ, ਤੋੜਨਾ ਸਿਖਾਉਂਦੀ। ਤੁਸੀਂ ਮਾੜਾ ਨਹੀਂ ਕਿਸੇ ਨੂੰ ਬੋਲਣਾ, ਚੁੱਪ ਰਹਿਣਾ ਮੱਥਾ। ਉਹ ਜਦੋਂ 15 ਦਿਨਾਂ ਬਾਅਦ ਗਏ, ਉਹ ਇੰਨਾ ਪਰਿਵਾਰ ਖੁਸ਼ ਸੀ। ਉਹ ਲੜਕੀ ਮੈਨੂੰ ਬਾਪੂ ਜੀ ਕਹਿਣ ਲੱਗ ਗਈ ਕਿ ਤੁਸੀਂ ਮੇਰਾ ਘਰ ਬਸਾਤਾ।
ਨਹੀਂ ਮੇਰਾ ਘਰ ਉੱਜੜ ਜਾਣਾ ਸੀਗਾ, ਜੋ ਹਾਲਤ ਨਹੀਂ ਸੀਗੀ। ਇਸ ਲਈ ਸਮਝਾਉਣ ਦੀ ਲੋੜ ਹੈ। ਜਿਹੜੇ ਸਾਡੇ ਮਨ ਦੇ ਵਿੱਚ ਮਿਸ ਅੰਡਰਸਟੈਂਡਿੰਗ ਹੁੰਦੀ ਹੈ, ਇੱਕ ਦੂਜੇ ਪ੍ਰਤੀ ਸ਼ੱਕ ਹੁੰਦਾ ਹੈ, ਉਹ ਸ਼ੱਕ ਘਰਾਂ ਨੂੰ ਪਾੜਦਾ। ਗੱਲ ਕੁਛ ਨਹੀਂ ਹੁੰਦੀ ਜਦੋਂ ਅਸੀਂ ਦੋਨਾਂ ਨੂੰ ਬੈਠ ਕੇ ਉਹਨਾਂ ਨੂੰ ਗਾਈਡ ਕਰਦੇ ਹਾਂ, ਬੇਟਾ ਜ਼ਿੰਦਗੀ ਬਹੁਤ ਛੋਟੀ ਹੈ, ਇਹ ਲੜਨ ਵਾਸਤੇ ਨਹੀਂ ਹੈਗੀ, ਇਹ ਪਿਆਰ ਕਰਨ ਵਾਸਤੇ ਹੈ। ਜਦੋਂ ਬੰਦਾ ਸਾਰੀ ਦੇਖੋ, ਤੁਸੀਂ ਦਫ਼ਤਰ ਦਾ ਕੰਮ ਕਰੋ, ਜਾਂ ਤੁਸੀਂ ਘਰ ਆ ਕੇ ਤੁਸੀਂ ਘਰ ਦੇ ਵਿੱਚ ਆਪਣਾ ਮਨ ਲਾਓ, ਆਪਣੇ ਘਰ ਨੂੰ। ਜੇ ਤੁਸੀਂ ਘਰ ਆ ਕੇ ਵੀ ਦਫ਼ਤਰ ਵਿੱਚ ਬਾੜੀ ਫਿਰਦੇ ਹੋ, ਜਾਂ ਘਰ ਆ ਕੇ ਵੀ ਜੇ ਤੁਸੀਂ ਪੁਲਿਸ 'ਚ ਆਪਣਾ ਥਾਣੇਦਾਰੀ ਦਾ ਰੋਹ ਪਾਈ ਜਾਂਦੇ ਹੋ, ਜੇ ਤੁਸੀਂ ਘਰ ਆ ਕੇ ਵੀ ਕੁਛ ਹੋਇਆ ਇਸ ਤਰ੍ਹਾਂ ਹੀ ਇੱਕ ਦੂਜੇ ਦਾ ਸਤਿਕਾਰ, ਇੱਕ ਦੂਜੇ ਦਾ ਪਿਆਰ, ਇੱਕ ਦੂਜੇ ਦੀ ਇੱਜ਼ਤ ਨਹੀਂ ਹੁੰਦੀ। ਅੱਜ ਅਸੀਂ ਅਮਰੀਕਾ 'ਚੋਂ, ਮੈਂ ਪਿੱਛੇ ਹੀ ਪੜ੍ਹਿਆ ਸੀ, ਇੱਥੋਂ ਲੜਕੀਆਂ ਜਾਂਦੀਆਂ ਨੇ ਪੜ੍ਹੀਆਂ ਲਿਖੀਆਂ ਚੰਗੀ, ਕਿਸੇ PhD ਕੀਤੀ ਹੈ, ਕੋਈ MA ਕੀਤੀ ਹੈ, ਕਿਸੇ ਅਲੱਗ, ਉੱਥੇ ਜਾ ਕੇ ਜਿਹੜੇ ਬੰਦੇ ਨੇ ਉਹ ਕਈ ਵਾਰ ਅਨਪੜ੍ਹ ਹੁੰਦੇ ਨੇ, ਸਿਰਫ ਆਪਾਂ ਇਸ ਲਾਲਚ ਚਲੇ ਜਾਂਦੇ ਨੇ ਵੀ ਕੁੜੀ ਮੇਰੀ ਅਮਰੀਕਾ ਚਲੀ ਜਾਊਗੀ। ਪਰ ਉਹਦੇ ਨਾਲ ਜੋ ਉੱਥੇ ਬਦਸਲੂਕੀ ਹੁੰਦੀ ਹੈ ਉਹ ਉਹੀ ਜਾਣਦੀ ਹੈ ਕਿ ਉਹ ਨਾ ਤਾਂ ਉਹਦੇ ਮਾਂ-ਬਾਪ ਸੁਣਨ ਵਾਲਾ ਹੈ, ਨਾ ਕੋਈ ਰਿਸ਼ਤੇਦਾਰ ਸੁਣਨ ਵਾਲਾ ਹੈ। ਹਰ ਬੰਦਾ ਉਹ ਬੰਦੇ ਦੇ ਹੱਕ ਦੇ ਵਿੱਚ ਹੋਊਗਾ। ਉਹ ਕੁੜੀ ਤੰਗ ਹੋ ਕੇ ਇੱਥੇ ਤੱਕ ਹੋ ਜੇ ਕਈ ਵਾਰ ਸੁਸਾਈਡ ਕਰ ਰਹੇ ਉਹ ਜ਼ਿੰਦਗੀ। ਇਸ ਲਈ ਅਸੀਂ ਜ਼ਰੂਰ ਜਾਈਏ, 7 ਸਮੁੰਦਰ ਪਾਰ ਜਾਈਏ, ਵਿਦੇਸ਼ਾਂ ਜਾਈਏ, ਲੇਕਿਨ ਆਪਣੀ ਸੋਚ ਬਦਲ ਕੇ ਜਾਈਏ। ਤੁਸੀਂ ਦੇਖਿਆ ਕਿਸੇ ਗੋਰੇ ਨੇ ਫਾਂਸੀ ਲਈ ਹੋਵੇ, ਕਿਸੇ ਕਾਲੇ ਨੇ ਫਾਂਸੀ ਲਈ ਹੋਵੇ, ਕਿਸੇ ਹੋਰ ਕੰਟਰੀ ਦੇ ਫਾਂਸੀ ਲਈ, ਕਿਸੇ ਉਹਨਾਂ ਦੀ ਡੋਮੈਸਟਿਕ ਵਾਇਲੈਂਸ ਨਹੀਂ, ਉਹਨਾਂ ਦੀ ਇਹ ਜਿੰਨਾ ਹੈ ਸਾਡੇ ਏਸ਼ੀਆਨੀ ਪੰਜਾਬੀ ਦਾ, ਹਿੰਦੁਸਤਾਨੀ ਲੋਕਾਂ ਦੇ। ਅਸੀਂ ਮਨੀ ਮਾਈਂਡਡ ਬੰਦੇ ਆ। ਅਸੀਂ ਸਮਾਨ ਕਹਿੰਦੇ ਮੈਨੂੰ ਇਹ ਮਿਲਣਾ ਚਾਹੀਦਾ, ਇਹ ਮਿਲਣਾ। ਉਹ ਲੋਕਾਂ ਨੂੰ ਬਿਲਕੁਲ ਗੋਰਿਆਂ ਦਾ ਆਪਣੇ ਘਰ ਵੀ ਨਹੀਂ ਹੁੰਦੇ ਹੈਗੇ, ਉਹ ਰਹਿੰਦੇ ਵੀ ਕੌਂਸਲ ਦੇ ਘਰਾਂ ਦੇ ਵਿੱਚ ਨੇ। ਉਹ ਕੋਈ ਜ਼ਿਆਦਾ ਆਪਣਾ ਰਾਜ, ਉਹ ਕਹਿੰਦੇ ਖਾਓ ਪੀਓ ਮੌਜ ਕਰੋ, ਕਿਸੇ ਦਾ ਦਿਲ ਨਾ ਦਿਖਾਓ। ਇਸ ਲਈ ਉਹਨਾਂ ਦੇ ਕੇਸ ਬਹੁਤ, ਜੇ ਨਹੀਂ ਬਣਦੀ ਮੀਆਂ ਬੀਬੀ ਦੀ, ਉਹਨਾਂ ਦਾ ਤਲਾਕ ਹੋ ਜਾਂਦੇ ਨੇ। ਇਹ ਨਹੀਂ ਸਾਡੇ ਵਾਂਗੂ ਸਾਰੀ ਉਮਰ ਤਲਾਕ ਦੇ ਵਿੱਚ ਹੀ ਲੰਘ ਜਾਂਦੀ ਹੈ, ਨਾ ਮੁੰਡਾ ਵਿਆਹ ਕਰਾ ਸਕਦਾ, ਨਾ ਕੁੜੀ ਕਰਾ ਸਕਦੀ ਹੈ। ਉਹਨਾਂ ਦਾ ਅੱਜ ਜੇ ਹੋ ਗਿਆ ਤਾਂ ਹਫ਼ਤੇ ਬਾਅਦ ਉਹ ਦੂਜਾ ਪਤੀ ਜਿਹੜਾ ਹੁੰਦਾ ਉਹ ਦੂਜਾ। ਮੈਨੂੰ ਯਾਦ ਆ, ਮੈਂ ਇੱਕ ਸ਼ੌਪ ਤੇ ਕੰਮ ਕੀਤਾ ਸੀ, ਜੁੜ ਜਾ ਕੇ ਉੱਥੇ ਸਾਡੇ ਵਾਲੇ ਗੋਰੀ ਕੰਮ ਕਰਦੀ, ਡੀ ਕੋਲਿਨ ਉਹਦਾ ਨਾਂ ਸੀਗਾ। ਉਹਨੇ ਆਪਣੀ ਚਾਰੇ ਗਲੀਆਂ ਦੇ ਵਿੱਚ ਰਿੰਗਾਂ ਪਾਈਆਂ ਹੋਈਆਂ ਸੀ। ਉਹ ਹੱਸਦੇ ਉਹ ਇੱਕ ਦੋਸਤ ਮੈਨੂੰ ਕਹਿਣ ਲੱਗਾ, ਬੜਿੰਗ ਸਾਹਿਬ ਤੁਸੀਂ ਵੀ ਆਏ ਹੋ, ਤੁਸੀਂ ਵੀ ਇੱਕ ਰਿੰਗ ਪਾ ਦਿਓ, ਇਹਦੇ ਨਾਲ ਵਿਆਹ ਕਰਾ ਲਓ। ਮੈਂ ਕਿਹਾ ਭਰਾਵਾ ਮੈਂ ਤਾਂ ਪਹਿਲੇ ਮੈਰਿਡ ਆ। ਉਹ ਕਹਿੰਦੀ ਨੋ ਮੋਰ ਮੈਰਿਜ। ਆ ਕਹਿੰਦੀ ਮੇਰਾ ਫਸਟ ਹਸਬੈਂਡ, ਜਿਹੜੀ ਪਹਿਲੀ ਰਿੰਗ ਦੱਸੀ ਇਹ ਮੇਰੇ ਫਸਟ ਦੀ ਹੈ, ਆ ਦੂਜੀ ਸੈਕਿੰਡ ਦੀ ਹੈ, ਆ ਤੀਜੀ ਥਰਡ ਦੀ ਹੈ, ਆ ਫੋਰ ਨੋ ਫੋਰ ਫਾਈਵ ਨੋ ਮੋਰ। ਕਹਿੰਦੀ ਮੈਨੂੰ 5 ਵਾਰੀ ਚਾਹੀਦਾ ਹੈਗਾ। ਇਸ ਲਈ ਉਹ ਲੋਕ ਇੰਨੇ ਖੁੱਲੇ ਨੇ, ਇੰਨੇ ਵਧੀਆ ਨੇ, ਉਹ ਤਾਂ ਹੀ ਉਹਨਾਂ ਦੀ ਜ਼ਿੰਦਗੀ ਸਾਫ਼ ਸੁਥਰੀ। ਉਹ ਜਿਹਦੇ ਨਾਲ ਵੀ ਰਹਿੰਦੇ ਖੁਸ਼ੀ ਇੰਜੋਏ ਨਾਲ ਰਹਿੰਦੇ। ਸਾਡੇ ਲੋਕ ਰਹਿੰਦੇ ਤਾਂ ਹੈ ਨੇ, ਲੇਕਿਨ ਇੱਕ ਹੁੰਦਾ ਉਹ ਕਹਿੰਦੇ ਸਿਰ ਨਰੜ, ਜਿੱਦਾਂ ਆਪਾਂ ਊਂਟ ਦੇ ਨਾਲ ਬੱਕਰੀ ਦਾ ਸਿਰ ਨਰੜ ਕਰਦੀ ਹੈ ਨਾ, ਉਹ ਉਧਰ ਨੂੰ ਖਿੱਚੇਗਾ, ਉਹ ਉਧਰ ਜੋੜ ਕਹਿੰਦੇ ਆ। ਜੋੜ ਜ਼ਿੰਦਗੀ ਇੱਕ ਜੋੜ ਦਾ ਨਾਂ ਹੈ, ਇੱਕ ਗ੍ਰਿਸ਼ਤੀ ਵੀ ਜੋੜ ਦਾ ਨਾਂ ਹੈ, ਇੱਕ ਪਰਿਵਾਰ ਵੀ ਜੋੜ ਦਾ ਨਾਂ ਹੈ। ਜਦੋਂ ਜੋੜ ਅਣਜੋੜ ਹੋ ਜਾਏ ਉੱਥੇ ਡੋਮੈਸਟਿਕ ਵਾਇਲੈਂਸ ਹੁੰਦੀ ਹੈ, ਉੱਥੇ ਫਸਾਦ ਹੁੰਦੇ ਨੇ। ਸਾਨੂੰ ਇਹ ਚੀਜ਼ਾਂ ਤੋਂ ਬਚਣਾ ਚਾਹੀਦਾ, ਮਨ ਨੂੰ ਖੁੱਲ੍ਹਾ ਰਹਿ ਕੇ ਉਹਦੇ ਨਾਲ ਲੱਗਣਾ ਚਾਹੀਦਾ। ਇਸ ਲਈ ਡੋਮੈਸਟਿਕ ਵਾਇਲੈਂਸ ਘਰ ਤੋਂ ਹੀ ਸ਼ੁਰੂ ਹੁੰਦੀ ਹੈ, ਘਰ ਤੋਂ ਸ਼ੁਰੂ ਹੋ ਕੇ ਫਿਰ ਸਾਰੀ ਜ਼ਿੰਦਗੀ ਬੰਦੇ ਦੀ ਅਦਾਲਤਾਂ, ਕੋਰਟਾਂ 'ਚ ਗੁਜ਼ਰ ਜਾਂਦੀ ਹੈ। ਉਹ ਤਾਂ ਗੁਜ਼ਰ ਗਈ, ਲੇਕਿਨ ਸਭ ਤੋਂ ਵੱਡਾ ਜਿਹੜਾ ਦੁੱਖ ਹੁੰਦਾ ਹੈ ਕਿ ਉਹ ਬੰਦਾ 24 ਘੰਟੇ ਕਦੇ ਜ਼ਿੰਦਗੀ ਆਰਾਮ ਦੀ ਨਹੀਂ ਸੌਂ ਸਕਦਾ, ਨਾ ਬੰਦਾ ਸੌਂ ਸਕਦਾ, ਨਾ ਔਰ ਸੌਂ ਸਕਦੀ ਹੈ। ਰਹੇ ਦੂਜੇ ਜਿਹੜੇ ਬੱਚੇ ਹੈ, ਜਿਹੜੀ ਉਹਨਾਂ ਨਾਲ ਬੀਤਦੀ ਹੈ, ਜੋ ਉਹ ਫੀਲ ਕਰਦੇ ਨੇ, ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਫਿਰ ਇੱਦਾਂ ਦੇ ਉਹਨਾਂ ਨੂੰ ਉਹ ਹੁੰਦਾ, ਜਿਹਾ ਜਿਹਾ ਦੁੱਧ ਉਹੀ ਜਿਹੀ ਬੁੱਧ। ਜਿਹੇ ਜਿਹੇ ਮਾਂ-ਬਾਪ ਕੰਮ ਕਰਦੇ ਨੇ ਉਹ ਬੱਚਿਆਂ ਦੇ ਵੀ ਅਸਰ ਪੈਂਦਾ। ਇਸ ਲਈ ਜ਼ਿੰਦਗੀ ਬੜੀ ਛੋਟੀ ਹੈ। ਡੋਮੈਸਟਿਕ ਵਾਇਲੈਂਸ ਤੋਂ ਬਚੋ, ਚੰਗੀ ਜ਼ਿੰਦਗੀ ਜਿਓ, ਸਤਿਕਾਰ ਦਿਓ, ਸਤਿਕਾਰ ਲਓ, ਗਿਵ ਐਂਡ ਟੇਕ। ਜੇ ਤੁਸੀਂ ਜੀ ਕਹੋਗੇ ਅਗਲਾ ਵੀ ਜੀ ਕਹੂਗਾ, ਜੇ ਤੁਸੀਂ ਓਏ ਕਹੋਗੇ ਤਾਂ ਅਗਲਾ ਵੀ ਓਏ ਕਹੂਗਾ। ਇਸ ਲਈ ਅੱਜ ਤੁਸੀਂ ਜਿਹੜਾ ਟੌਪਿਕ ਛੇੜਿਆ, ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਮੇਰੇ ਜੇ ਇੱਕ ਬੰਦੇ ਤੋਂ ਮੇਰੇ ਤਜਰਬੇ ਜ਼ਿੰਦਗੀ ਦੇ ਜਿੰਨੇ ਕੁ ਮੈਂ ਹਟਾ ਦਿੱਤੇ ਕਿ ਜ਼ਿੰਦਗੀ ਬੜੀ ਛੋਟੀ ਹੈ। ਮੈਂ ਕੁਛ ਨਹੀਂ ਸਕਦਾ। ਮੈਂ ਤਾਂ ਕਹਿੰਦਾ ਜੇ ਕਿਸੇ ਵੀ ਇਨਸਾਨ ਦੇ ਹੱਥੋਂ ਕਿਸੇ ਦਾ ਭਲਾ ਹੋ ਜਾਂਦਾ, ਮੈਂ ਨਾ ਉਹ ਤੋਂ ਵੱਡਾ ਕੋਈ ਦਾਨ ਨਹੀਂ, ਉਹ ਤੋਂ ਵੱਡਾ ਪੁੰਨ ਨਹੀਂ, ਉਹ ਤੋਂ ਵੱਡਾ ਪਰਉਪਕਾਰ ਨਹੀਂ। ਜੇ ਤੁਸੀਂ ਕਿਸੇ ਦਾ ਦਿਲ ਦਿਖਾਤਾ, ਤੁਸੀਂ ਜਿੰਨਾ ਮਰਜ਼ੀ ਦਾਨ ਕਰੋ, ਜਿੰਨਾ ਮਰਜ਼ੀ ਪੁੰਨ ਕਰੋ, ਜਿੰਨਾ ਮਰਜ਼ੀ, ਉਹ ਕੋਈ ਫਾਇਦਾ ਨਹੀਂ। ਇੱਕ ਆਤਮਾ ਹੀ ਪਰਮਾਤਮਾ। ਜੇ ਕਿਸੇ ਦੀ ਆਤਮਾ ਖੁਸ਼ ਕਰਤੀ, ਕਿਸੇ ਗਰੀਬ ਦੀ ਮਦਦ ਕਰਤੀ, ਲੋੜਵੰਦ ਦੀ ਮਦਦ ਕਰਤੀ, ਕਿਸੇ ਨੂੰ ਚਾਕੇ ਉਹਦੇ ਮੰਜ਼ਿਲ ਤੱਕ ਪਹੁੰਚਾਤਾ, ਉਹੀ ਤੁਹਾਡਾ ਬਿਲਕੁਲ 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 ਬਿਲਕੁਲ। ਤਾਂ ਘਰੇਲੂ ਹਿੰਸਾ ਤੋਂ ਕਿਸ ਤਰੀਕੇ ਨਾਲ ਬਚਿਆ ਜਾ ਸਕਦਾ ਹੈ, ਇਹਦੇ ਨੁਕਤੇ ਵੀ ਤੁਸੀਂ ਵਿੱਚੇ ਕਵਰ ਕਰ ਦਿੱਤੇ ਨੇ। ਮੇਰਾ ਸਵਾਲ ਪੁੱਛਣ ਤੋਂ ਪਹਿਲਾਂ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀਮਤੀ ਸਮਾਂ ਦੇ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ। ਖਾਨਪੁਰ ਸਾਹਿਬ
ਚੱਟਾ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ। ਬਹੁਤ ਤੁਸੀਂ ਜਿਹੜਾ ਟੌਪਿਕ ਘਰੇਲੂ ਹਿੰਸਾ ਦਾ ਇਹ ਸ਼ੁਰੂ ਕੀਤਾ। ਮੈਂ ਤਾਂ ਚਾਹੁੰਦਾ ਕੋਈ ਨਾ ਕੋਈ ਆਪਣੇ ਸਮਾਜ ਦੇ ਵਿੱਚ ਜੋ ਕ੍ਰੀਤੀਆਂ ਵਰਤ ਰਹੀਆਂ ਨੇ, ਜੋ ਸਮਾਜ ਵਰਤ ਰਿਹਾ, ਉਹਦੇ ਉੱਤੇ ਕੋਈ ਨਾ ਕੋਈ 5-7 ਮਿੰਟ ਦੀ ਗੱਲ ਆਪਾਂ ਜ਼ਰੂਰ ਕਰਿਆ ਕਰੀਏ, ਤਾਂ ਕਿ ਸਮਾਜ ਨੂੰ ਜੀ ਕੋਈ ਆਪਾਂ ਆਪਣੀ ਸੇਧ ਦੇ ਸਕੀਏ। ਸਾਡੇ ਵਾਸਤੇ ਇੱਕ ਬਹੁਤ ਵੱਡਾ, ਮੈਂ ਕਹਿੰਦਾ, ਪ੍ਰਮਾਤਮਾ ਦਾ ਇੱਕ ਉਹ ਹੋਏਗਾ ਜੇ ਸਾਡੀ ਗੱਲ ਤੋਂ ਕੋਈ ਇੱਕ ਬੰਦਾ ਵੀ ਚੰਗੇ ਰਸਤੇ ਆਵੇ। ਸਾਨੂੰ ਇਹ ਤਾਂ ਬਹੁਤ ਹੀ ਜ਼ਿਆਦਾ ਤੁਹਾਡੇ ਜੀ ਚੈਨਲ ਦਾ ਮੈਂ ਬਹੁਤ ਬਹੁਤ ਧੰਨਵਾਦ। ਜੀ ਸ਼ੁਕਰੀਆ ਜੀ। ਤਾਂ ਸਾਡੇ ਨਾਲ ਸਨ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਬੜਿੰਗ ਸਾਹਿਬ, ਜੋ ਕਿ ਉੱਘੇ ਸਮਾਜ ਸੇਵੀ ਨੇ ਤੇ ਖਾਸ ਤੌਰ ਦੇ ਉੱਤੇ ਸਾਂਝ ਕੇਂਦਰ ਦੇ ਨਾਲ ਵੀ ਪੁਲਿਸ ਵੱਲੋਂ ਮੈਂਬਰ ਨੇ ਜਿਹੜੇ ਉਹ ਲੰਬੇ ਸਮੇਂ ਤੋਂ ਚੱਲੇ ਆ ਰਹੇ ਨੇ ਤੇ ਅਜਿਹੇ ਕਈ ਮਸਲੇ ਉਹ ਹੱਲ ਕਰਵਾ ਚੁੱਕੇ ਨੇ। ਤਾਂ ਪ੍ਰੋਗਰਾਮ ਕਿਸ ਤਰੀਕੇ ਦਾ ਲੱਗਿਆ, ਕਮੈਂਟ ਕਰਕੇ ਤੁਸੀਂ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰ ਸਕਦੇ ਹੋ ਤੇ ਅਸੀਂ ਉਹਦੇ ਉੱਤੇ ਵੀ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਜੁੜੇ ਰਹੋ ਨਿਡਰ ਪੰਜਾਬੀ ਮੀਡੀਆ ਦੇ ਨਾਲ। ਦਿਓ ਇਜਾਜ਼ਤ। ਧੰਨਵਾਦ।